1896 ਵਿੱਚ ਸ਼ੁਰੂ ਹੋਈਆਂ ਓਲੰਪਿਕ ਗੇਮਜ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਪੋਰਟਸ ਈਵੈਂਟ ਮੰਨਿਆ ਜਾਂਦਾ ਹੈ। ਪਰ ਓਲੰਪਿਕ ਦੇ ਇਤਿਹਾਸ ਵਿੱਚ ਇੱਕ ਦਿਨ ਅਜਿਹਾ ਵੀ ਹੋ ਗੁਜ਼ਰਿਆ ਜਿਸ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਜਦੋਂ 1972 ਵਿੱਚ ਜਰਮਨ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਵਿੱਚ ਫਲਸਤੀਨੀ ਅੱਤਵਾਦੀ ਗਰੁੱਪ ਨੇ ਇਜ਼ਰਾਈਲ ਦੇ 11 ਖਿਡਾਰੀਆਂ ਨੂੰ ਮਾਰ ਦਿੱਤਾ ਸੀ। ਇਹ ਸਭ ਕੁਝ 1948 ਤੋਂ ਚੱਲੀ ਆ ਰਹੀ ਇਜ਼ਰਾਈਲ-ਫਲਸਤੀਨ ਕਨਫਲਿਕਟ ਦੇ ਕਾਰਨ ਹੋਇਆ ਸੀ। ਵਿਸ਼ਵ ਯੁੱਧ 2 ਦੇ ਸਮੇਂ ਜਰਮਨ ਦੁਆਰਾ ਜਦੋਂ ਯਹੂਦੀਆਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਸੀ ਤੇ ਲਗਭਗ 60 ਲੱਖ ਯਹੂਦੀਆਂ ਨੂੰ ਮਾਰ ਦਿੱਤਾ ਗਿਆ ਸੀ ਤਾਂ ਕਈ ਯਹੂਦੀ ਗਰੁੱਪ ਯੂਰਪ ਤੋਂ ਨਿਕਲ ਕੇ ਇਜ਼ਰਾਈਲ ਵਿੱਚ ਐਂਟਰ ਕਰ ਗਏ ਸੀ। 1948 ਵਿੱਚ ਯੂਨਾਈਟਿਡ ਨੇਸ਼ਨਜ਼ ਨੇ ਇਜ਼ਰਾਈਲ ਅਤੇ ਫਲਸਤੀਨ ਦਾ ਬਟਵਾਰਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਜ਼ਰਾਈਲ ਨੇ ਆਪਣੇ ਆਪ ਨੂੰ ਇੱਕ ਆਜ਼ਾਦ ਦੇਸ਼ ਘੋਸ਼ਿਤ ਕਰ ਦਿੱਤਾ ਸੀ, ਜਿਸ ਵਿੱਚ ਲਗਭਗ 70% ਜਨਸੰਖਿਆ ਯਹੂਦੀ ਲੋਕਾਂ ਦੀ ਸੀ। ਪਰ ਫਲਸਤੀਨ ਇਸ ਬਟਵਾਰੇ ਤੋਂ ਖੁਸ਼ ਨਹੀਂ ਸੀ ਅਤੇ ਇਜ਼ਰਾਈਲ ਦੁਆਰਾ ਰੋਕੇ ਗਏ ਕਈ ਭਾਗਾਂ ਉੱਪਰ ਆਪਣਾ ਦਾਅਵਾ ਕਰਦਾ ਸੀ, ਜਿਸ ਵਿੱਚ ਇਜ਼ਰਾਈਲ ਦੀ ਰਾਜਧਾਨੀ ਜੈਰੂਸਲਮ ਵੀ ਸ਼ਾਮਿਲ ਸੀ। ਇਸ ਤੋਂ ਇਲਾਵਾ ਗਾਜ਼ਾ ਸਿਟੀ ਅਤੇ ਸੁਏਜ਼ ਕੈਨਾਲ ਦਾ ਵੀ ਰੌਲਾ ਚੱਲ ਰਿਹਾ ਸੀ। ਫਲਸਤੀਨ ਇਸਲਾਮ ਮੈਜੋਰਿਟੀ ਸਟੇਟ ਸੀ ਤੇ ਅਰਬ ਕੰਟਰੀਆਂ ਨਾਲ ਲੱਗਦੀ ਸੀ। ਲਗਭਗ ਸਾਰੀਆਂ ਅਰਬ ਕੰਟਰੀਆਂ ਨੇ ਇਜ਼ਰਾਈਲ ਦੇ ਵਿਰੁੱਧ ਫਲਸਤੀਨ ਦਾ ਸਾਥ ਦਿੱਤਾ, ਜਿਸ ਦੇ ਸਿੱਟੇ ਵਜੋਂ ਅਰਬ ਇਜ਼ਰਾਈਲ ਵਾਰ ਸ਼ੁਰੂ ਹੋ ਗਈ ਸੀ। ਇਸ ਅਰਬ ਇਜ਼ਰਾਈਲ ਵਾਰ ਦੇ ਚੱਲਦੇ ਇਜ਼ਰਾਈਲ ਨੇ ਕਈ ਫਲਸਤੀਨ ਅੱਤਵਾਦੀਆਂ ਅਤੇ ਫਲਸਤੀਨ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਇਜ਼ਰਾਈਲ ਵਿੱਚ ਕੈਦ ਕਰ ਦਿੱਤਾ ਸੀ। ਇਹ ਸਭ ਕੁਝ ਹੌਲੀ-ਹੌਲੀ ਚੱਲਦਾ ਰਿਹਾ ਤੇ ਇਜ਼ਰਾਈਲ ਅਤੇ ਫਲਸਤੀਨ ਦੀਆਂ ਆਪਸੀ ਗੜਬੜਾਂ ਵਧਦੀਆਂ ਗਈਆਂ। ਉਧਰ 1972 ਦੀਆਂ ਸਮਰ ਓਲੰਪਿਕਸ, ਜਿਸ ਨੂੰ ਜਰਮਨ ਨੇ ਹੋਸਟ ਕਰਨਾ ਸੀ, ਦੀਆਂ ਤਿਆਰੀਆਂ ਜਰਮਨ ਦੇ ਇੱਕ ਸ਼ਹਿਰ ਮਿਊਨਿਕ ਵਿੱਚ ਹੋ ਰਹੀਆਂ ਸੀ। 1972 ਤੋਂ ਪਹਿਲਾਂ ਜਰਮਨ ਵਿੱਚ 1936 ਦੀਆਂ ਓਲੰਪਿਕ ਖੇਡਾਂ ਹੋਈਆਂ ਸੀ, ਜਿਸ ਸਮੇਂ ਜਰਮਨ ਦਾ ਨੇਤਾ ਅਡੋਲਫ ਹਿਟਲਰ ਸੀ। 1936 ਵਾਲੀਆਂ ਖੇਡਾਂ ਵਿੱਚ ਜਰਮਨ ਨੇ ਨਾਜ਼ੀਵਾਦ ਨੂੰ ਖੂਬ ਪ੍ਰਫੁੱਲਿਤ ਕੀਤਾ ਸੀ ਅਤੇ ਆਪਣੀ ਤਾਨਾਸ਼ਾਹੀ ਦਾ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ, ਜਿਸ ਨਾਲ ਪੂਰੀ ਦੁਨੀਆ ਵਿੱਚ ਜਰਮਨ ਦੀ ਨਿੰਦਾ ਹੋਈ ਸੀ। ਪਰ 1972 ਵਾਲੀਆਂ ਖੇਡਾਂ ਨੂੰ ਜਰਮਨ ਕਾਫੀ ਸ਼ਾਂਤੀਪੂਰਵਕ ਬਣਾਉਣਾ ਚਾਹੁੰਦਾ ਸੀ। ਜਿਸ ਜਗ੍ਹਾ ਤੇ ਓਲੰਪਿਕ ਹੋ ਰਹੀ ਸੀ ਉੱਥੇ ਸਿਕਿਉਰਿਟੀ ਵਿੱਚ ਕਾਫੀ ਢਿੱਲ ਵਰਤੀ ਗਈ ਸੀ। ਜਰਮਨ ਦੀ ਆਰਮੀ ਨੂੰ ਸਿਕਿਉਰਿਟੀ ਪਰਪਸ ਲਈ ਨਹੀਂ ਵਰਤਿਆ ਗਿਆ ਸੀ। ਸਿਰਫ ਜਰਮਨ ਪੁਲਿਸ ਹੀ ਮੌਜੂਦ ਸੀ, ਜੋ ਆਮ ਕੱਪੜਿਆਂ ਵਿੱਚ ਅਤੇ ਸਿਰਫ ਨਾਮਾਤਰ ਹਥਿਆਰਾਂ ਨਾਲ ਲੈਸ ਸੀ। ਜਰਮਨ ਨੇ ਅਜਿਹਾ ਇਸ ਲਈ ਕੀਤਾ ਸੀ ਕਿਉਂਕਿ ਉਹ ਇਸ ਜ਼ਰੀਏ ਪੂਰੀ ਦੁਨੀਆ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਸੰਦੇਸ਼ ਦੇਣਾ ਚਾਹੁੰਦਾ ਸੀ। ਜਿਸ ਜਗ੍ਹਾ ਤੇ ਖਿਡਾਰੀਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ, ਉੱਥੇ ਵੀ ਕਿਸੇ ਤਰ੍ਹਾਂ ਦੀ ਸਿਕਿਉਰਿਟੀ ਨਹੀਂ ਲਗਾਈ ਗਈ ਸੀ। ਖਿਡਾਰੀ ਆਸਾਨੀ ਨਾਲ ਦੂਜੇ ਦੇਸ਼ਾਂ ਦੇ ਖਿਡਾਰੀਆਂ ਦੇ ਕਮਰਿਆਂ ਵਿੱਚ ਆ ਜਾ ਸਕਦੇ ਸੀ। ਇਜ਼ਰਾਈਲ ਦੇ ਖਿਡਾਰੀਆਂ ਨੇ ਵੀ ਇਸ ਓਲੰਪਿਕ ਵਿੱਚ ਭਾਗ ਤਾਂ ਲਿਆ, ਪਰ ਜਰਮਨ ਦੁਆਰਾ ਸਿਕਿਉਰਿਟੀ ਵਿੱਚ ਵਰਤੀ ਗਈ ਢਿੱਲ ਦੇ ਇਜ਼ਰਾਈਲ ਦੇ ਖਿਡਾਰੀਆਂ ਅਤੇ ਇਜ਼ਰਾਈਲ ਓਲੰਪਿਕ ਡੈਲੀਗੇਸ਼ਨ ਦੇ ਹੈੱਡ ਸ਼ਿਊਮਲ ਲਾਲਕਿਨ ਨੂੰ ਕਾਫੀ ਚਿੰਤਤ ਕਰ ਦਿੱਤਾ। ਪਰ ਜਰਮਨ ਅਥਾਰਟੀਜ਼ ਨੇ ਲਾਲਕਿਨ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਇਜ਼ਰਾਈਲ ਦੀ ਟੀਮ ਨੂੰ ਖਾਸ ਸਿਕਿਉਰਿਟੀ ਪ੍ਰਦਾਨ ਕਰਨਗੇ। 2012 ਵਿੱਚ ਲਿਖੇ ਗਏ ਇੱਕ ਜਰਮਨ ਮੈਗਜ਼ੀਨ ਅਨੁਸਾਰ ਜਰਮਨ ਅਥਾਰਟੀਜ਼ ਨੂੰ ਇਸ ਘਟਨਾ ਤੋਂ 3 ਹਫ਼ਤੇ ਪਹਿਲਾਂ ਬੈਰੂਤ ਵਿੱਚ ਇਹ ਸੂਹ ਮਿਲੀ ਸੀ ਕਿ ਫਲਸਤੀਨੀ ਅੱਤਵਾਦੀ ਕੋਈ ਵੱਡੀ ਕਾਰਵਾਈ ਕਰਨ ਦੀ ਤਾਕ ਵਿੱਚ ਸਨ। 4 ਸਤੰਬਰ ਦੀ ਸ਼ਾਮ ਨੂੰ ਇਜ਼ਰਾਈਲ ਦੇ ਖਿਡਾਰੀ ਇੱਕ ਇਜ਼ਰਾਈਲੀ ਐਕਟਰ ਸ਼ਿਊਮਲ ਰੋਡੈਂਸਕੀ ਦਾ ਸ਼ੋਅ ਦੇਖਣ ਅਤੇ ਉਸ ਨਾਲ ਡਿਨਰ ਕਰਨ ਤੋਂ ਬਾਅਦ ਟੀਮ ਬੱਸ ਵਿੱਚ ਵਾਪਸ ਓਲੰਪਿਕ ਵਿਲੇਜ ਵੱਲ ਆ ਰਹੇ ਸੀ, ਜਿਨ੍ਹਾਂ ਨਾਲ ਇਜ਼ਰਾਈਲ ਓਲੰਪਿਕ ਐਸੋਸੀਏਸ਼ਨ ਦੇ ਹੈੱਡ ਲਾਲਕਿਨ ਦਾ 13 ਸਾਲ ਦਾ ਬੇਟਾ ਵੀ ਮੌਜੂਦ ਸੀ। ਪਰ ਲਾਲਕਿਨ ਨੇ ਆਪਣੇ ਬੇਟੇ ਨੂੰ ਖਿਡਾਰੀਆਂ ਦੇ ਅਪਾਰਟਮੈਂਟ ਵਿੱਚ ਰਾਤ ਬਿਤਾਉਣ ਤੋਂ ਰੋਕ ਦਿੱਤਾ ਸੀ। 5 ਸਤੰਬਰ ਨੂੰ ਸਵੇਰੇ 4:30 ਵਜੇ ਜਦੋਂ ਖਿਡਾਰੀ ਆਪਣੇ ਅਪਾਰਟਮੈਂਟਾਂ ਵਿੱਚ ਸੌਂ ਰਹੇ ਸੀ ਤਾਂ ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਬਲੈਕ ਸਤੰਬਰ ਗਰੁੱਪ ਦੇ 8 ਮੈਂਬਰ, ਜਿਨ੍ਹਾਂ ਨੇ ਟਰੈਕ ਸੂਟ ਪਹਿਨੇ ਹੋਏ ਸੀ, ਕੁਝ ਅਣਪਛਾਤੇ ਐਥਲੀਟਸ ਦੀ ਮਦਦ ਨਾਲ ਓਲੰਪਿਕ ਵਿਲੇਜ ਵਿੱਚ ਐਂਟਰ ਕਰਦੇ ਹਨ। ਇਹਨਾਂ ਕੋਲ ਡਫਲ ਬੈਗ, AKM ਰਾਈਫਲਸ ਅਤੇ ਗ੍ਰਨੇਡਸ ਮੌਜੂਦ ਸੀ। ਚੋਰੀ ਕੀਤੀਆਂ ਚਾਬੀਆਂ ਨਾਲ ਜਦੋਂ ਇਹ ਅੱਤਵਾਦੀ ਅਪਾਰਟਮੈਂਟ ਬੰਦ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਦਰਵਾਜ਼ੇ ਉੱਪਰ ਹੋ ਰਹੀ ਸਕ੍ਰੈਚਿੰਗ ਦੇ ਸ਼ੋਰ ਨਾਲ ਇਜ਼ਰਾਈਲ ਦਾ ਰੈਸਲਿੰਗ ਰੈਫਰੀ ਯੋਸਫ ਗਟਫ੍ਰੈਂਡ ਜਾਗ ਜਾਂਦਾ ਹੈ। ਇੰਨੇ ਵਿੱਚ ਦਰਵਾਜ਼ਾ ਖੁੱਲ੍ਹਣ ਲੱਗਦਾ ਹੈ ਤੇ ਦਰਵਾਜ਼ੇ ਦੀ ਦੂਸਰੀ ਸਾਈਡ ਰਾਈਫਲਾਂ ਵਾਲੇ ਵਿਅਕਤੀ ਦੇਖ ਕੇ ਗਟਫ੍ਰੈਂਡ ਆਪਣੇ ਰੂਮਮੇਟਸ ਨੂੰ ਵਾਰਨਿੰਗ ਦਿੰਦਾ ਹੈ ਤੇ ਆਪਣੇ ਭਾਰੇ ਸਰੀਰ ਨਾਲ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੰਨੇ ਵਿੱਚ ਇੱਕ ਵੇਟ ਲਿਫਟਿੰਗ ਕੋਚ ਵਿੰਡੋ ਭੰਨ ਕੇ ਭੱਜਣ ਵਿੱਚ ਕਾਮਯਾਬ ਰਹਿੰਦਾ ਹੈ, ਪਰ ਰੈਸਲਿੰਗ ਕੋਚ ਮੋਸ਼ ਬੈਨਬਰਗ ਜਦੋਂ ਅੱਤਵਾਦੀਆਂ ਨਾਲ ਧੱਕਾ ਮੁੱਕੀ ਕਰਦਾ ਹੈ ਤਾਂ ਉਹ ਉਸ ਦੀ ਗੱਲ੍ਹ ਦੇ ਆਰ-ਪਾਰ ਗੋਲੀ ਮਾਰ ਦਿੰਦੇ ਹਨ ਅਤੇ ਉਸ ਨੂੰ ਜ਼ਬਰਦਸਤੀ ਦੂਸਰੇ ਅਪਾਰਟਮੈਂਟਸ ਵਿੱਚ ਲਿਜਾਣ ਲਈ ਮਦਦ ਕਰਨ ਲਈ ਆਖਦੇ ਹਨ। ਪਰ ਅਪਾਰਟਮੈਂਟ 2 ਦੇ ਸਾਹਮਣੇ ਪਹੁੰਚ ਕੇ ਬੇਨਬਰਗ ਉਹਨਾਂ ਨੂੰ ਝੂਠ ਬੋਲ ਦਿੰਦਾ ਹੈ ਕਿ ਇਸ ਵਿੱਚ ਇਜ਼ਰਾਈਲ ਦੇ ਖਿਡਾਰੀ ਨਹੀਂ ਹਨ ਤੇ ਉਹ ਅੱਤਵਾਦੀਆਂ ਨੂੰ ਅਪਾਰਟਮੈਂਟ 3 ਵੱਲ ਲੈ ਜਾਂਦਾ ਹੈ, ਜਿੱਥੇ 6 ਵੇਟਲਿਫਟਰ ਅਤੇ ਰੈਸਲਰ ਮੌਜੂਦ ਸੀ। ਵੇਨਬਰਗ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਅਪਾਰਟਮੈਂਟ 3 ਦੇ ਖਿਡਾਰੀ ਅਪਾਰਟਮੈਂਟ 2 ਨਾਲੋਂ ਜ਼ਿਆਦਾ ਤਾਕਤਵਰ ਹਨ ਅਤੇ ਉਹ ਅੱਤਵਾਦੀਆਂ ਨਾਲ ਲੜ ਲੈਣਗੇ। ਪਰ ਜਦੋਂ ਉਹ ਅਪਾਰਟਮੈਂਟ 3 ਵਿੱਚ ਦਾਖਲ ਹੁੰਦੇ ਹਨ ਤਾਂ ਸਾਰੇ ਖਿਡਾਰੀ ਆਪਣੀ ਗਹਿਰੀ ਨੀਂਦ ਵਿੱਚ ਸੌਂ ਰਹੇ ਸੀ। ਜਦੋਂ ਅਪਾਰਟਮੈਂਟ 3 ਦੇ ਖਿਡਾਰੀਆਂ ਨੂੰ ਵਾਪਸ ਅਪਾਰਟਮੈਂਟ 1 ਵਿੱਚ ਲਿਆ ਰਹੇ ਸੀ ਤਾਂ ਬੇਨਬਰਗ ਇੱਕ ਚਾਕੂ ਨਾਲ ਅੱਤਵਾਦੀਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਹਮਲੇ ਵਿੱਚ ਇੱਕ
ਇੱਕ ਹੋਰ ਰੈਸਲਰ ਗੈਡ ਸੌਬਰੀ ਭੱਜਣ ਵਿੱਚ ਕਾਮਯਾਬ ਰਹਿੰਦਾ ਹੈ, ਪਰ ਅੱਤਵਾਦੀ ਬੇਨਬਰਗ ਨੂੰ ਗੋਲੀ ਮਾਰ ਕੇ ਮਾਰ ਦਿੰਦੇ ਹਨ। ਇੱਕ ਹੋਰ ਵੇਟਲਿਫਟਰ ਯੋਸਫ ਰੋਮਾਨੋ ਜਦੋਂ ਅੱਤਵਾਦੀਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਬਾਅਦ ਵਿੱਚ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਜਾਂਦੇ ਹਨ, ਕਿਉਂਕਿ ਉਸਨੇ 1967 ਵਿੱਚ 6 ਡੇਜ਼ ਵਾਰ ਵਿੱਚ ਕੰਮ ਕੀਤਾ ਸੀ ਜੋ ਇਨ੍ਹਾਂ ਅੱਤਵਾਦੀਆਂ ਦੇ ਖਿਲਾਫ ਲੜੀ ਗਈ ਸੀ। ਗਟਫ੍ਰੈਂਡ ਸਣੇ 9 ਇਜ਼ਰਾਈਲੀਆਂ ਨੂੰ ਬੰਦਕ ਬਣਾ ਲਿਆ ਗਿਆ ਸੀ। ਗਟਫ੍ਰੈਂਡ ਨੂੰ ਇੱਕ ਕੁਰਸੀ ਉੱਪਰ ਮਮੀ ਵਾਂਗ ਬੰਨ੍ਹ ਦਿੱਤਾ ਗਿਆ ਸੀ ਅਤੇ ਬਾਕੀਆਂ ਨੂੰ ਹੱਥਾਂ ਅਤੇ ਪੈਰਾਂ ਨੂੰ ਬੰਨ੍ਹ ਕੇ ਇੱਕ ਲਾਈਨ ਵਿੱਚ ਬਿਠਾ ਦਿੱਤਾ ਗਿਆ ਸੀ ਅਤੇ ਵਾਰਨਿੰਗ ਦੇ ਤੌਰ ਤੇ ਰੋਮਾਨੋ ਦੀ ਲਾਸ਼ ਉਹਨਾਂ ਦੇ ਪੈਰਾਂ ਵਿੱਚ ਸੁੱਟ ਦਿੱਤੀ ਗਈ ਸੀ। ਅਪਾਰਟਮੈਂਟ 2 ਦੇ ਖਿਡਾਰੀਆਂ ਨੂੰ ਜਦੋਂ ਬਾਹਰ ਹੁੰਦੀ ਘਟਨਾ ਦੀ ਭਿਣਕ ਲੱਗੀ ਤਾਂ ਉਹ ਖਿੜਕੀਆਂ ਵਿੱਚੋਂ ਕੁੱਦ ਕੇ ਬਾਹਰ ਨਿਕਲੇ ਅਤੇ ਅਥਾਰਟੀਜ਼ ਨੂੰ ਇਸ ਗੱਲ ਦੀ ਖਬਰ ਦਿੱਤੀ। ਜਦੋਂ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਅੱਤਵਾਦੀ ਲਿਬਨਾਨ, ਜਾਰਡਨ ਅਤੇ ਸੀਰੀਆ ਦੇ ਰਿਫਿਊਜੀ ਕੈਂਪਾਂ ਵਿੱਚੋਂ ਆਏ ਸਨ ਅਤੇ ਇਹਨਾਂ ਦੇ ਲੀਡਰ ਦਾ ਨਾਮ ਲਤੀਫ ਆਕਿਬ ਸੀ। ਜਾਂਚ ਤੋਂ ਇਹ ਵੀ ਪਤਾ ਲੱਗਾ ਕਿ ਇਹਨਾਂ ਵਿੱਚੋਂ ਕੁਝ ਅੱਤਵਾਦੀ ਓਲੰਪਿਕ ਵਿਲੇਜ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਰਹਿ ਰਹੇ ਸੀ ਤੇ ਇਸ ਹਮਲੇ ਦੀ ਪਲੈਨਿੰਗ ਬਣਾ ਰਹੇ ਸੀ। ਇਜ਼ਰਾਈਲ ਦੀ ਪ੍ਰਾਈਮ ਮਿਨਿਸਟਰ ਗੋਲਡਾ ਮੇਅਰ ਦੂਜੇ ਦੇਸ਼ਾਂ ਨੂੰ ਅਪੀਲ ਕਰਦੀ ਹੈ ਕਿ ਸਾਡੇ ਨਾਗਰਿਕਾਂ ਦਾ ਧਿਆਨ ਰੱਖਿਆ ਜਾਵੇ ਅਤੇ ਇਹ ਵੀ ਕਹਿੰਦੀ ਹੈ ਕਿ ਜੇ ਅਸੀਂ ਹੁਣ ਗਿਵ ਅਪ ਕਰਦੇ ਹਾਂ ਤਾਂ ਇਜ਼ਰਾਈਲ ਦੇ ਲੋਕ ਦੁਨੀਆ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ। ਅੱਤਵਾਦੀ ਮੰਗ ਰੱਖਦੇ ਹਨ ਕਿ 234 ਫਿਲਸਤੀਨੀ ਜੋ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਹਨ ਰਿਹਾ ਕੀਤੇ ਜਾਣ ਅਤੇ 2 ਅੱਤਵਾਦੀ ਵੈਸਟ ਜਰਮਨ ਦੀ ਜੇਲ੍ਹ ਵਿੱਚੋਂ ਵੀ ਛੱਡੇ ਜਾਣ ਅਤੇ ਬੈਨਵਰਗ ਦੀ ਬੋਡੀ ਨੂੰ ਫਰੰਟ ਡੋਰ ਰਾਹੀਂ ਹੇਠਾਂ ਸੁੱਟ ਦਿੰਦੇ ਹਨ। ਪਰ ਇਜ਼ਰਾਈਲ ਦੀ ਗਵਰਨਮੈਂਟ ਅੱਤਵਾਦੀਆਂ ਦੀ ਕੋਈ ਮੰਗ ਮੰਨਣ ਨੂੰ ਤਿਆਰ ਨਹੀਂ ਸੀ। ਇਜ਼ਰਾਈਲ ਦੀ ਸਰਕਾਰ ਆਪਣੀ ਇੱਕ ਮਿਲਟਰੀ ਯੂਨਿਟ ਨੂੰ ਜਰਮਨ ਭੇਜਣਾ ਚਾਹੁੰਦੀ ਸੀ, ਪਰ ਜਰਮਨ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਜਰਮਨ ਦੇ ਲਈ ਇਹ ਘਟਨਾ ਇੱਕ ਵੱਡੀ ਰਾਜਨੀਤਿਕ ਸਮੱਸਿਆ ਬਣਦੀ ਜਾ ਰਹੀ ਸੀ ਕਿਉਂਕਿ ਬੰਦੀ ਬਣਾਏ ਗਏ ਸਾਰੇ ਖਿਡਾਰੀ ਯਹੂਦੀ ਸੀ ਅਤੇ ਹਿਟਲਰ ਦੇ ਸਮੇਂ ਜੋ ਜਰਮਨ ਵਿੱਚ ਯਹੂਦੀਆਂ ਨਾਲ ਹੋਇਆ ਸੀ ਉਹ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਸੀ। ਜਰਮਨ ਦੀ ਸਰਕਾਰ ਅੱਤਵਾਦੀਆਂ ਨੂੰ ਮੂੰਹੋਂ ਮੰਗੀ ਰਕਮ ਦੇਣ ਲਈ ਤਿਆਰ ਸੀ, ਪਰ ਅੱਤਵਾਦੀ ਆਪਣੀ ਪਹਿਲੀ ਮੰਗ ਤੇ ਹੀ ਅੜੇ ਹੋਏ ਸੀ। ਅੱਤਵਾਦੀਆਂ ਦਾ ਜਵਾਬ ਸੀ ਕਿ ਨਾ ਸਾਡੇ ਲਈ ਪੈਸੇ ਦੀ ਕੋਈ ਅਹਿਮੀਅਤ ਹੈ ਤੇ ਨਾ ਹੀ ਸਾਡੀਆਂ ਜਾਨਾਂ ਦੀ। ਸ਼ਾਮ 4:30 ਵਜੇ 38 ਜਰਮਨ ਪੁਲਿਸ ਅਫਸਰ ਟਰੈਕ ਸੂਟ ਵਿੱਚ ਓਲੰਪਿਕ ਵਿਲੇਜ ਵਿੱਚ ਪਹੁੰਚਦੇ ਹਨ। ਉਹਨਾਂ ਦਾ ਪਲਾਨ ਸੀ ਕਿ ਵੈਂਟੀਲੇਸ਼ਨ ਸ਼ਾਫਟ ਰਾਹੀਂ ਅਪਾਰਟਮੈਂਟ ਵਿੱਚ ਘੁਸ ਕੇ ਅੱਤਵਾਦੀਆਂ ਨੂੰ ਮਾਰਨਾ ਹੈ। ਇਸ ਆਪਰੇਸ਼ਨ ਨੂੰ ਸਨਸ਼ਾਈਨ ਦਾ ਨਾਮ ਦਿੱਤਾ ਗਿਆ, ਪਰ ਇਸ ਸਾਰੀ ਘਟਨਾ ਦਾ ਲਾਈਵ ਬ੍ਰੌਡਕਾਸਟ ਟੀਵੀ ਉੱਪਰ ਚਲਾ ਦਿੱਤਾ ਗਿਆ ਜਿਸ ਨਾਲ ਅੱਤਵਾਦੀਆਂ ਨੂੰ ਇਸ ਗੱਲ ਦੀ ਸਾਰੀ ਸੂਹ ਮਿਲ ਗਈ। ਸ਼ਾਮ 6 ਵਜੇ ਅੱਤਵਾਦੀਆਂ ਨੇ ਡਿਮਾਂਡ ਕੀਤੀ ਕਿ ਸਾਨੂੰ ਕਾਇਰੋ, ਇਜਿਪਟ ਜਾਣ ਦਾ ਪ੍ਰਬੰਧ ਕੀਤਾ ਜਾਵੇ, ਪਰ ਇਜਿਪਟ ਦੇ ਪੀਐਮ ਨੇ ਜਰਮਨ ਨੂੰ ਇਹ ਗੱਲ ਆਖ ਦਿੱਤੀ ਸੀ ਕਿ ਅਸੀਂ ਇਸ ਘਟਨਾ ਵਿੱਚ ਇਨਵੋਲਵ ਨਹੀਂ ਹੋਣਾ ਚਾਹੁੰਦੇ। ਫਿਰ ਅੱਤਵਾਦੀਆਂ ਨੇ ਰਾਈਮ, ਜੋ ਮਿਊਨਿਕ ਦੇ ਨੇੜੇ ਇੱਕ 에ਅਰਪੋਰਟ ਹੈ, ਉੱਥੇ ਜਾਣ ਦੀ ਗੱਲ ਆਖੀ, ਪਰ ਜਰਮਨ ਅਥਾਰਟੀਜ਼ ਨੇ ਉਹਨਾਂ ਨੂੰ ਨਾਟੋ ਦੇ 에ਅਰਬੇਸ ਫਰਕਮਫੀਲਡਬਰਗ ਜਾਣ ਲਈ ਕਿਹਾ ਤੇ ਯਕੀਨ ਦਿਵਾਇਆ ਕਿ ਇਹ ਉਹਨਾਂ ਲਈ ਠੀਕ ਰਹੇਗਾ। ਉਹਨਾਂ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਗਿਆ ਅਤੇ ਉੱਧਰ 5 ਜਰਮਨ ਪੁਲਿਸ ਸਨਾਈਪਰਜ਼ ਨੂੰ 에ਅਰਪੋਰਟ ਤੇ ਤਾਇਨਾਤ ਕਰ ਦਿੱਤਾ ਜੋ ਕੰਟਰੋਲ ਟਾਵਰ, ਸਰਵਿਸ ਟੈਂਕ ਆਦਿ ਵਿੱਚ ਲੁਕੇ ਹੋਏ ਸੀ। 에ਅਰਪੋਰਟ ਉੱਪਰ ਇੱਕ ਜੈਟ ਬੋਇੰਗ 727 ਖੜਾ ਦਿੱਤਾ ਗਿਆ ਜਿਸ ਵਿੱਚ 16 ਪੁਲਿਸ ਅਫਸਰ ਕ੍ਰਿਊ ਦੀ ਡਰੈਸ ਵਿੱਚ ਮੌਜੂਦ ਸੀ। ਰਾਤ 10:30 ਵਜੇ ਹੈਲੀਕਾਪਟਰ 에ਅਰਬੇਸ ਤੇ ਲੈਂਡ ਕਰਦੇ ਹਨ। 2 ਅੱਤਵਾਦੀ ਹਵਾਈ ਜਹਾਜ਼ ਦਾ ਮੁਆਇਨਾ ਕਰਨ ਜਾਂਦੇ ਹਨ ਤੇ ਦੇਖਦੇ ਹਨ ਕਿ ਉਸ ਵਿੱਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ, ਤਾਂ ਉਹ ਸਮਝ ਜਾਂਦੇ ਹਨ ਕਿ ਇਹ ਇੱਕ ਜਾਲ ਵਿਛਾਇਆ ਗਿਆ ਸੀ ਤੇ ਵਾਪਸ ਹੈਲੀਕਾਪਟਰ ਵੱਲ ਮੁੜ ਜਾਂਦੇ ਹਨ। ਕੰਟਰੋਲ ਟਾਵਰ ਵਿੱਚ ਲੁਕੇ ਸਨਾਈਪਰ ਨੇ ਅੱਤਵਾਦੀ ਲੀਡਰ ਨੂੰ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਨੇਰੇ ਕਾਰਨ ਗੋਲੀ ਦੂਜੇ ਅੱਤਵਾਦੀ ਦੇ ਪੱਟ ਵਿੱਚ ਜਾ ਲੱਗੀ। ਬਾਕੀ ਪੁਲਿਸ ਅਫਸਰਜ਼ ਨੂੰ ਵੀ ਗੋਲੀ ਚਲਾਉਣ ਦੇ ਆਦੇਸ਼ ਦੇ ਦਿੱਤੇ ਗਏ ਤੇ 2 ਹੋਰ ਅੱਤਵਾਦੀ ਮਾਰੇ ਗਏ। ਹੈਲੀਕਾਪਟਰ ਦੇ ਪਾਇਲਟ ਭੱਜ ਗਏ, ਪਰ ਖਿਡਾਰੀਆਂ ਨੂੰ ਸੀਟਾਂ ਨਾਲ ਬੰਨਿਆ ਹੋਇਆ ਸੀ। ਗੋਲੀਬਾਰੀ ਸ਼ੁਰੂ ਹੋਣ ਤੇ ਅੱਤਵਾਦੀਆਂ ਨੂੰ ਆਪਣਾ ਆਪਰੇਸ਼ਨ ਅਸਫਲ ਹੁੰਦਾ ਦਿਖਿਆ। ਉਹਨਾਂ ਇੱਕ ਹੈਲੀਕਾਪਟਰ ਵਿੱਚ ਬੰਨੇ 5 ਬੰਦਕਾਂ ਨੂੰ ਗੋਲੀ ਮਾਰ ਦਿੱਤੀ ਅਤੇ ਹੈਂਡ ਗ੍ਰਨੇਡ ਸੁੱਟ ਕੇ ਉਸ ਨੂੰ ਉਡਾ ਦਿੱਤਾ, ਪਰ ਬਾਕੀ ਦੇ 4 ਬੰਦਕਾਂ ਦੀ ਮੌਤ ਹਾਲੇ ਵੀ ਵਿਵਾਦਾਂ ਦੇ ਘੇਰੇ ਵਿੱਚ ਹੈ। ਇੱਕ ਇਨਵੈਸਟੀਗੇਸ਼ਨ ਦੇ ਅਨੁਸਾਰ ਪੁਲਿਸ ਸਨਾਈਪਰਾਂ ਨੇ ਹੀ ਗਲਤੀ ਨਾਲ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ। ਅੱਤਵਾਦੀ ਗਰੁੱਪ ਦਾ ਮੁਖੀ ਗੋਲੀਬਾਰੀ ਵਿੱਚ ਮਾਰਿਆ ਗਿਆ। ਬਾਕੀ 3 ਅੱਤਵਾਦੀ ਜ਼ਮੀਨ ਤੇ ਲੇਟ ਗਏ ਅਤੇ ਪੁਲਿਸ ਦੁਆਰਾ ਫੜ ਲਏ ਗਏ। ਉਹਨਾਂ ਵਿੱਚੋਂ ਇੱਕ ਨੇ ਲੁਕਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਲੱਭ ਲਿਆ ਗਿਆ। 6 ਸਤੰਬਰ ਰਾਤ 1:30 ਤੇ ਇਹ ਲੜਾਈ ਖਤਮ ਹੋ ਗਈ। ਮਾਰੇ ਗਏ 5 ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਲੀਬੀਆ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਦਾ ਪੂਰੇ ਮਿਲਟਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਲੀਬੀਆ ਦੇ 10 PLO ਟਿਕਾਣਿਆਂ ਤੇ ਬੰਬਬਾਰੀ ਕੀਤੀ ਜਿਸ ਵਿੱਚ 200 ਅੱਤਵਾਦੀ ਅਤੇ 11 ਨਾਗਰਿਕ ਮਾਰੇ ਗਏ ਸੀ। ਗ੍ਰਿਫਤਾਰ ਕੀਤੇ 3 ਅੱਤਵਾਦੀਆਂ ਨੂੰ ਜਰਮਨ ਤੋਂ ਛੁਡਵਾਉਣ ਲਈ ਅੱਤਵਾਦੀ ਸੰਗਠਨ ਨੇ 29 ਅਕਤੂਬਰ ਨੂੰ ਲੁਫਤਾਂਸਾ 615 ਨੂੰ ਹਾਈਜੈਕ ਕਰ ਲਿਆ। ਇਸ ਕਰਕੇ ਜਰਮਨ ਨੇ ਇਹਨਾਂ ਅੱਤਵਾਦੀਆਂ ਨੂੰ ਛੱਡਣਾ ਪਿਆ। ਮਿਊਨਿਕ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਇਜ਼ਰਾਈਲ ਦੀ ਪ੍ਰਾਈਮ ਮਿਨਿਸਟਰ ਗੋਲਡਾ ਮਾਇਰ ਨੇ ਮਿਲਟਰੀ ਅਤੇ ਮੋਸਾਦ ਦੇ ਆਫੀਸਰਜ਼ ਨਾਲ ਮੀਟਿੰਗ ਕੀਤੀ ਅਤੇ ਮੋਸਾਦ ਨੂੰ ਜ਼ਿੰਮੇਵਾਰੀ ਸੌਂਪੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਹਰ ਵਿਅਕਤੀ ਨੂੰ ਲੱਭ ਕੇ ਮਾਰਿਆ ਜਾਵੇ। ਮੋਸਾਦ ਨੇ ਇਸ ਮਿਸ਼ਨ ਨੂੰ ਬ੍ਰੈਥ ਆਫ ਗੋਡ ਦਾ ਨਾਮ ਦਿੱਤਾ। ਖੈਰ
ਇਸ ਆਪਰੇਸ਼ਨ ਬਾਰੇ ਕਿਸੇ ਹੋਰ ਵੀਡੀਓ ਵਿੱਚ ਗੱਲ ਕਰਾਂਗੇ।